अस्सलामुअलैका या साहिबुल असर वज़्ज़मान। मैं फैज़ान मुर्शद अब्द हैदर। जुलहज्जा ਦੇ ਇਲਾਵਾ ਵੀ ਹਜ ਹੋ ਸਕਦਾ ਹੈ ਜੀ। ਜ਼ੁਲਹੱਜ ਦੇ ਮਹੀਨੇ ਦੇ ਇਲਾਵਾ ਵੀ ਹਜ ਹੋ ਸਕਦਾ ਹੈ ਜੀ। ਇਹ ਪੁੱਛਣਾ ਚਾਹੁੰਦਾ। ਵੈਸੇ ਹਜ ਦੇ ਮਹੀਨੇ ਹੁੰਦੇ ਕਿੰਨੇ ਨੇ? ਅੱਜ ਤੱਕ ਸਾਨੂੰ ਉਲਮਾ ਇਕਰਾਮ ਨੇ ਇਹੋ ਹੀ ਦੱਸਿਆ ਹੈ, ਇਹੋ ਹੀ ਸੁਣਿਆ ਕਿ ਹਜ ਦੇ ਸਿਰ ਤੇ ਸਿਰ ਜ਼ੁਲਹੱਜਾ ਵਿੱਚ ਹਜ ਕੀਤਾ ਜਾਂਦਾ ਹੈ ਅਤੇ ਹੁੰਦਾ ਵੀ ਇਹਦੇ ਵਿੱਚ ਹੀ ਹੈ। ਮਤਲਬ ਵੇਖਣ ਦੇ ਵਿੱਚ ਯਾਰ ਹੁਣ ਜ਼ੁਲਹੱਜ ਦਾ ਮਹੀਨਾ ਆਇਆ ਤਾਂ ਬੜੇ ਸਾਰੇ ਹਾਜੀ ਜਾ ਰਹੇ ਨੇ ਹਜ ਕਰਨ ਵਾਸਤੇ। ਸਿਰਫ ਇੱਕ ਮਹੀਨਾ ਹਜ ਦਾ ਚੁਣਿਆ ਗਿਆ ਹੈ ਕਿ ਜਿਹਦੇ 'ਚ ਅਸੀਂ ਹਜ ਕਰ ਸਕਦੇ ਹਾਂ। ਅਤੇ ਅੱਜ ਤੱਕ ਅਸੀਂ ਇਹੀ ਸੁਣਿਆ। ਉਹ ਗਲਤੀ ਨਾਲ ਮੈਂ ਕੁਰਾਨ ਪਾਕ ਪੜ੍ਹ ਬੈਠਾ। ਉਹ ਭੈੜੀ ਸ਼ਾਮਤ ਸ਼ਾਇਦ ਆਲਮਾਂ ਦੀ ਭੈੜੀ ਸ਼ਾਮਤ ਜਾਂ ਸਾਡੀ, ਮੈਨੂੰ ਨਹੀਂ ਸਮਝ ਆਈ। ਉਹ ਕੁਰਾਨ ਪੜ੍ਹ ਬੈਠਾ ਅਤੇ ਉਹਦੇ ਵਿੱਚ ਆਇਤ ਲਿਖੀ ਸੀ। ਮੈਂ ਕਿਹਾ ਤੁਹਾਡੇ ਨਾਲ ਮੈਂ ਸ਼ੇਅਰ ਕਰ ਦੇਵਾਂ। ਉਹਦੇ ਵਿੱਚ ਲਿਖਿਆ ਸੂਰਤ ਬਕਰਾ ਹੈ ਅਤੇ ਆਇਤ ਨੰਬਰ 197 ਆ। ਅੱਲਾਹ ਪਾਕ ਫਰਮਾਉਂਦਾ ਹਜ ਦੇ ਕਈ ਮਹੀਨੇ ਨੇ। ਕਿੰਨੇ? ਕਈ ਮਹੀਨੇ ਨੇ। ਇੱਥੇ ਸਾਨੂੰ ਇੱਕ ਕਿਹਾ ਜਾਂਦਾ ਹੈ, ਅੱਲਾਹ ਪਾਕ ਫਰਮਾਉਂਦਾ ਹਜ ਦੇ ਕਈ ਮਹੀਨੇ ਨੇ, ਜਾਣੇ ਹੋਏ, ਮਾਲੂਮ ਹੋਏ, ਜਾਣੇ ਹੋਏ ਕਈ ਮਹੀਨੇ ਨੇ। ਅਤੇ ਜਿਹੜਾ ਇਹਨਾਂ ਵਿੱਚ ਹਜ ਦੀ ਨੀਅਤ ਕਰੇਗਾ ਉਹਨੂੰ ਚਾਹੀਦਾ ਹੈ ਕਿ ਔਰਤਾਂ ਦੇ ਸਾਹਮਣੇ ਸੋਹਬਤ ਦਾ ਜ਼ਿਕਰ ਨਾ ਕਰੇ ਅਤੇ ਨਾ ਕੋਈ ਗੁਨਾਹ ਕਰੇ ਅਤੇ ਨਾ ਕਿਸੇ ਨਾਲ ਝਗੜਾ ਕਰੇ ਹਜ ਦੇ ਵਕਤ ਤੱਕ ਜੀ। ਹਜ ਦੇ ਵਕਤ ਤੀਕਰ ਨਾ ਉਹ ਔਰਤਾਂ ਦੇ ਸਾਹਮਣੇ ਤਜ਼ਕਰਾ ਕਰੇ ਸੋਹਬਤ ਦਾ, ਨਾ ਕੋਈ ਗੁਨਾਹ ਕਰੇ, ਨਾ ਝਗੜਾ ਕਰੇ ਕਿਸੇ ਨਾਲ। ਆਇਤ ਨੰਬਰ ਇਹ ਹੈ। ਹੁਣ ਮੈਨੂੰ ਸਮਝ ਨਹੀਂ ਆਈ ਮੈਂ ਕਿਹਦੀ ਮੰਨਾਂ। ਠੀਕ ਹੈ, ਹੁਣ ਆਲਮਾਂ ਦੀ ਮੰਨੀਏ ਜਾਂ ਕੁਰਾਨ ਮਜੀਦ ਦੀ ਮੰਨੀਏ, ਫਿਰਕਾਂ ਦੀ ਮੰਨੀਏ ਜਾਂ ਅੱਲਾਹ ਜਾਂ ਉਹਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੀ ਮੰਨੀਏ। ਠੀਕ ਹੈ, ਇਹ ਕਿਹੜੇ ਪਾਸੇ ਲਾਇਆ ਇਹਨਾਂ ਸਾਨੂੰ? ਜੇ ਅਗਰ ਕੋਈ ਬੰਦਾ ਨਾ ਪੜ੍ਹੇ ਕੁਰਾਨ ਪਾਕ ਅਤੇ ਜਾਂ ਤਹਿਕੀਕ ਨਾ ਕਰੇ ਫਿਰ ਤਾਂ ਸਾਨੂੰ ਲੈ ਗਏ ਨਾ। ਹੁਣ ਮੈਨੂੰ ਨਹੀਂ ਸਮਝ ਆਉਂਦੀ ਕਿ ਤੁਹਾਡੀ ਨੀਅਤ 'ਚ ਤੁਸੀਂ ਅੱਲਾਹ ਅਤੇ ਉਹਦੇ ਰਸੂਲ ਨੂੰ ਮੰਨਦੇ ਹੋ ਕਿ ਆਲਮਾਂ ਨੂੰ ਮੰਨਦੇ ਹੋ। ਯਕੀਨ ਕਰ, ਮੈਨੂੰ ਪਤਾ ਮੈਨੂੰ ਕਿ ਤੁਸੀਂ ਵਾਕਈ ਆਪਣੇ ਆਪਣੇ ਫਿਰਕੇ ਦੇ ਮੌਲਵੀਆਂ ਅਤੇ ਆਲਮਾਂ ਨੂੰ ਹੀ ਮੰਨਦੇ ਹੋ। ਨਾ ਤੁਸੀਂ ਅੱਲਾਹ ਨੂੰ ਮੰਨਦੇ ਹੋ, ਨਾ ਤੁਸੀਂ ਰਸੂਲ ਨੂੰ ਮੰਨਦੇ ਹੋ। ਅੱਜ ਤੁਹਾਡੇ ਫਿਰਕੇ ਦੇ ਆਲਮ ਕਹਿ ਦੇਣ ਨਾ ਕਿ ਰਸੂਲ ਹੀ ਕੋਈ ਨਹੀਂ ਸੀ ਅਤੇ ਤੁਸੀਂ ਉਹ ਵੀ ਮੰਨ ਜਾਣਾ ਕਿ ਹੈ ਹੀ ਕੋਈ ਨਹੀਂ ਸੀ, ਕਿਉਂਕਿ ਤੁਸੀਂ ਆਲਮ ਮੰਨੇ ਨੇ। ਨਾ ਕੁਰਾਨ ਮੰਨਿਆ, ਨਾ ਅੱਲਾਹ ਦਾ ਫਰਮਾਨ ਮੰਨਿਆ, ਨਾ ਅੱਲਾਹ ਨੂੰ ਹੀ ਮੰਨਿਆ। ਹੁਣ ਇਹਨਾਂ 'ਚ ਮੰਨਣੀ ਕਿਹਨਾਂ ਦੀ ਹੈ? ਤੁਹਾਡੀ ਮਰਜ਼ੀ। ਮੇਰੇ ਵੱਲੋਂ ਤੁਸੀਂ ਨਾ ਵੀ ਹਜ ਕਰੋ, ਲੇਕਿਨ ਜੋ ਹੱਕ ਹੈ ਫਿਰ ਉਹ ਦੱਸਿਆ ਤਾਂ ਜਾਵੇ ਨਾ। ਇਸ ਲਈ ਤਾਂ ਤੁਹਾਨੂੰ ਸਿਰਫ ਨਮਾਜ਼ ਦਾ ਦਰਸ ਦਿੱਤਾ ਜਾਂਦਾ। ਬਸ ਨਮਾਜ਼ ਪੜ੍ਹੋ। ਤੁਹਾਨੂੰ ਤਹਿਕੀਕ ਕਰਨ ਦਾ ਉੱਤੇ ਜ਼ੋਰ ਕਿਉਂ ਨਹੀਂ ਦਿੱਤਾ ਜਾਂਦਾ? ਤਹਿਕੀਕ ਕਰਨ 'ਤੇ ਜ਼ੋਰ ਕਿਉਂ ਨਹੀਂ ਦਿੱਤਾ ਜਾਂਦਾ? ਅਗਰ ਤਹਿਕੀਕ ਕਰਨ 'ਤੇ ਜ਼ੋਰ ਦੇ ਦਿੱਤਾ ਜਾਵੇ ਨਾ ਤਾਂ ਉਹਨਾਂ ਦੇ ਕਾਰੋਬਾਰ ਬੰਦ ਹੋ ਜਾਣ। ਲੋਕ ਸਵਾਲ ਕਰਨਗੇ ਉਹਨਾਂ ਨੂੰ। ਹੁਣ ਵੇਖੋ ਨਾ, ਹੁਣ ਕਈਆਂ ਬੰਦਿਆਂ ਨੇ ਸਵਾਲ ਵੀ ਕਰਨੇ ਨੇ ਜਿਹਨਾਂ ਨੂੰ ਵਾਕਈ ਸਮਝ ਆਈ ਗੱਲ ਦੀ, ਕਿ ਆਪਣੇ ਆਲਮਾਂ ਜਾ ਕੇ ਪੁੱਛਣਾ ਦੇਣਾ ਜ਼ਰਾ ਵੀ ਤੁਸੀਂ ਤਾਂ ਅੱਜ ਤੱਕ ਸਾਨੂੰ ਇੱਕ ਮਹੀਨਾ ਕਿਹਾ, ਇੱਥੇ ਕਈ ਮਹੀਨੇ ਨਿਕਲ ਰਹੇ ਨੇ। ਕਿਆ ਤੁਸੀਂ ਕੁਰਾਨ ਦੇ ਉਲਟ ਕਰ ਰਹੇ ਹੋ? ਅੱਲਾਹ ਪਾਕ ਕਈ ਮਹੀਨੇ ਫਰਮਾ ਰਿਹਾ, ਤੁਸੀਂ ਇੱਕ ਮਹੀਨਾ ਕਹਿ ਰਹੇ ਹੋ। ਤੁਸੀਂ ਬਹੁਤੇ ਸਿਆਣੇ ਹੋ ਗਏ ਹੋ। ਅੱਛਾ, ਅਤੇ ਉਹਨਾਂ ਨੂੰ ਪਤਾ ਹੈ ਕਿ ਅਗਰ ਤੁਸੀਂ ਸਮਝਦਾਰ ਹੋ ਗਏ ਤਾਂ ਉਹਨਾਂ ਦਾ ਕਾਰੋਬਾਰ ਬੰਦ ਹੋ ਜਾਏਗਾ। ਇਸ ਲਈ ਕਦੀ ਵੀ ਫਰਾਡੀਆ ਨਹੀਂ ਕਹਿੰਦਾ ਕਿ ਮੈਨੂੰ ਅੱਗੋਂ ਮਿਲਣ ਵਾਲਾ ਬੰਦਾ ਬੜਾ ਸਮਝਦਾਰ ਮਿਲੇ। ਉਹ ਕਹਿੰਦਾ ਭੋਲਾ ਭਾਲਾ ਹੀ ਮਿਲੇ। ਇਸੇ ਤਰ੍ਹਾਂ ਫਰਾਡੀਆਂ ਦਾ ਕੰਮ ਹੁੰਦਾ ਹੈ ਕਿ ਤੁਹਾਨੂੰ ਤਹਿਕੀਕ ਤੋਂ ਦੂਰ ਰੱਖਣਾ, ਗੌਰੋ ਫਿਕਰ ਤੋਂ ਦੂਰ ਰੱਖਣਾ। ਕਿਉਂ? ਅਗਰ ਤੁਹਾਨੂੰ ਇਲਮ ਆ ਗਿਆ ਤਾਂ ਤੁਸੀਂ ਤਾਂ ਫਿਰ ਲੁੱਟੇ ਨਹੀਂ ਨਾ ਜਾਓਗੇ ਫਿਰ ਉਹਨਾਂ ਕੋਲ। ਲਿਹਾਜ਼ਾ ਹੁਣ ਤੁਹਾਡੀ ਆਪਣੀ ਮਰਜ਼ੀ, ਮੈਂ ਕੀ ਕਹਿ ਸਕਦਾ। ਅਤੇ ਇਹ ਸਜ਼ਾ ਹੈ ਤੁਹਾਨੂੰ ਅਹਿਲੇ ਬੈਤ ਤੋਂ ਦੂਰ ਹੋਣ ਦੀ, ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਇਲਮ ਤੋਂ ਦੂਰ ਹੋਣ ਦੀ ਹੈ ਤੁਹਾਨੂੰ ਸਜ਼ਾ ਹੈ। ਕਿ ਤੁਸੀਂ, ਮੈਨੂੰ ਨਹੀਂ ਪਤਾ ਹੁਣ ਤੁਸੀਂ ਕੁਰਾਨ ਦੇ ਉਲਟ ਚੱਲ ਰਹੇ ਹੋ ਕਿ ਨਹੀਂ ਚੱਲ ਰਹੇ। ਆਪਣੇ ਆਪ ਨੂੰ ਹੀ ਪੁੱਛ ਲੈਣਾ। ਅੱਜ ਤੱਕ ਤੁਸੀਂ ਤਾਂ ਇੱਕ ਮਹੀਨਾ ਸਮਝਿਆ ਨਾ, ਅਤੇ ਤੁਹਾਡੇ ਆਲਮਾਂ ਨੇ ਵੀ ਤੁਹਾਨੂੰ ਇੱਕ ਮਹੀਨਾ ਹੀ ਕਿਹਾ। ਇੱਥੇ ਕਈ ਮਹੀਨੇ ਨੇ। ਅਤੇ ਇਹ ਆਇਤ ਹੁਣ ਪੜ੍ਹ ਲੈਣਾ ਜੇ ਅੱਲਾਹ ਤੁਹਾਨੂੰ ਫੁਰਸਤ ਦੇ ਦੇਵੇ। ਮੇਰੇ ਖਿਆਲ ਤੁਸੀਂ ਅਗਰ ਗੌਰ ਕਰ ਲਓਗੇ ਨਾ ਇਸ ਆਇਤ 'ਤੇ ਮੇਰੇ ਖਿਆਲ ਸਹੀ ਸਲਾਮਤ ਰਹੋਗੇ। ਜਾਂ ਯਾਰਾ ਬਾਈ ਨੂੰ ਫ਼ੋਨ ਕਰਕੇ ਇਹ ਪੁੱਛ ਲੈਣਾ। ਉਹ ਇਸ ਵਜ੍ਹਾ ਤੋਂ ਕਿ ਬੰਦੇ ਦੀ ਤਬੀਅਤ ਖਰਾਬ ਹੋ ਜਾਂਦੀ ਕਈ ਵਾਰੀ। ਪਹਿਲੀ ਗੱਲ ਤਾਂ ਹਿੰਮਤ ਨਹੀਂ ਪੈਂਦੀ ਕੁਰਾਨ ਨੂੰ ਸਰਚ ਕਰਨ ਦੀ, ਅਤੇ ਜੇ ਹਿੰਮਤ ਪੈ ਵੀ ਜਾਵੇ ਤਾਂ ਫਿਰ ਉਹ ਪਰੇਸ਼ਾਨ ਹੋ ਜਾਂਦਾ ਕਿ ਮੇਰੇ ਹੁਣ ਮੌਲਵੀ ਕਿੱਧਰ ਜਾਣਗੇ, ਮੈਂ ਕਿੱਥੇ ਜਾਊਂਗਾ। ਫਿਰ ਉਹਨੇ ਕਿਹੜਾ ਨਵੀਦ ਗੁੰਮਰਾਹ ਕਰ ਰਿਹਾ ਬੰਦਿਆਂ ਨੂੰ, ਇਹ ਵਾਜਬਲ ਕਤਲ ਹੋ ਗਿਆ, ਗੁੰਮਰਾਹ ਕਰ ਰਿਹਾ, ਕੁਰਾਨ ਦੀ ਤੋਹੀਨ ਕਰ ਰਿਹਾ। ਜੋ ਜਵਾਬ ਨਾ ਆਵੇ ਫਿਰ ਇਹੋ ਜਿਹੀ ਬਕਵਾਸ ਹੀ ਹੁੰਦੀ ਹੈ। ਅਤੇ ਬਾਕੀ ਮੈਂ ਇਹ ਗੱਲ ਤੁਹਾਡੇ ਤੱਕ ਪਹੁੰਚਾਤੀ ਹੈ ਅਤੇ ਅੱਗੋਂ ਤੁਹਾਡੀ ਮਰਜ਼ੀ। ਬਾਕੀ ਹੁੱਬੇ ਅਲੀ ਰਹਿਮਤੁल्लाह, बुग़्ज़ अली लानतुल्लाह। बेशुमार।